ਤੁਹਾਡੀ ਨਿੱਜੀ ਰਾਏ ਜੇਕਰ ਜਾਣਨੀ ਹੋਵੇ ਤਾਂ ਜਿਵੇਂ ਨਿਹੰਗ ਸਿੰਘ ਜਥੇਬੰਦੀਆਂ ਨੇ 26 ਤਰੀਕ ਤੋਂ ਬਾਅਦ ਸਟੇਜ ਦੇ ਉੱਤੇ ਹਮਲੇ ਹੁੰਦੇ ਨੇ, ਜਿਹੜੀ ਪਰਲੀ ਸਟੇਜ ਆ ਜਿਹੜੀ ਦਿੱਲੀ ਦੇ ਸਭ ਤੋਂ ਜ਼ਿਆਦਾ ਕਰੀਬ ਆ, ਤਾਂ ਸੰਘੀ ਸੋਚ ਵਾਲੇ ਜਿਹੜੇ ਲੋਕ ਸੀ ਉਹਨਾਂ ਨੇ ਉੱਤੇ ਹਮਲੇ ਕੀਤੇ। ਇੱਕ ਦਿਨ ਪਹਿਲਾਂ ਵਾਰਨਿੰਗ ਦੇ ਕੇ ਗਏ ਕਿ ਭਾਈ ਅਸੀਂ ਕੱਲ੍ਹ ਨੂੰ ਆਵਾਂਗੇ, ਤਿਆਰ ਰਹੋ, ਤੇ ਅਗਲੇ ਦਿਨ ਉਹ ਆਏ ਵੀ, ਉਹਨਾਂ ਨੇ ਆਪਣੀ ਗੱਲ ਪੂਰੀ ਕੀਤੀ। ਉਸ ਵੇਲੇ ਨਿਹੰਗ ਸਿੰਘ ਜਥੇਬੰਦੀਆਂ ਕਿਸਾਨੀ ਮੋਰਚੇ ਦੀ ਢਾਲ ਬਣੀਆਂ, ਤਾਂ ਕਿਸਾਨੀ ਮੋਰਚੇ ਦੀ ਢਾਲ ਬਣੀ ਰਹਿਣੀ ਚਾਹੀਦੀ ਹੈ ਜਾਂ ਇਹਨੂੰ ਹਟਾ ਲੈਣਾ ਚਾਹੀਦਾ? ਸਾਰੀ ਕੌਮ ਇਹ ਗੱਲ ਚਾਹੁੰਦੀ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਇੱਥੋਂ ਜਾਣ ਨਾ ਔਰ ਮੋਰਚੇ ਦਾ ਹਿੱਸਾ ਬਣੀਆਂ ਰਹਿਣ। ਤੇ ਸਾਰੀ ਕੌਮ ਵੱਲੋਂ ਅਸੀਂ ਵੀ ਉਹਨਾਂ ਨੂੰ ਬੇਨਤੀ ਕੀਤੀ ਹੈ, ਨਿਹੰਗ ਸਿੰਘ ਜਥੇਬੰਦੀਆਂ ਨੂੰ ਮੈਂ ਨਿੱਜੀ ਤੌਰ ਤੇ, ਕਿ ਤੁਸੀਂ ਇੱਥੋਂ ਜਾਇਓ ਨਾ, ਮੋਰਚੇ ਦਾ ਹਿੱਸਾ ਬਣਿਆ ਰਹੋ, ਤਾਂ ਜੋ ਮੋਰਚਾ ਪੰਜਾਬ ਨੇ ਹਰ ਹਾਲਤ 'ਚ ਜਿੱਤਣਾ ਹੀ ਜਿੱਤਣਾ। ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਨਿਹੰਗ ਸਿੰਘ ਜਥੇਬੰਦੀਆਂ ਇੱਥੋਂ ਚਲੀਆਂ ਜਾਣਗੀਆਂ ਤਾਂ ਪਿੱਛੋਂ ਹਮਲਾ ਹੋ ਸਕਦਾ। ਹਾਲਾਂਕਿ ਹਮਲੇ ਪਹਿਲਾਂ ਵੀ ਹੋਏ ਨੇ, ਤਾਂ ਲੱਗਦਾ ਤੁਹਾਨੂੰ ਕਿ ਇਸ ਤਰ੍ਹਾਂ ਦੀ ਕੋਈ ਕਾਰਵਾਈ ਜਿਹੜੀ ਉਸ ਤੋਂ ਬਾਅਦ ਪ੍ਰਸ਼ਾਸਨ ਪਾ ਸਕਦਾ? ਦੇਖੋ, ਆਪਾਂ ਦੇਖਿਆ ਹੀ ਹੈ 26 ਜਨਵਰੀ ਤੋਂ ਬਾਅਦ ਜਦ ਮੋਰਚੇ 'ਚ ਰਸ਼ ਘਟ ਗਿਆ ਸੀ ਤੇ ਇੱਥੋਂ ਸੰਗਤ ਕਾਫੀ ਘੱਟ ਰਹਿ ਗਈ ਸੀਗੀ, ਤਾਂ ਉਸ ਵੇਲੇ ਆਰਐਸਐਸ ਔਰ ਬੀਜੇਪੀ ਦੇ ਬੰਦਿਆਂ ਨੇ ਹਮਲਾ ਕਰਨ ਦੀ ਪਲੈਨਿੰਗ ਕਰ ਲਈ ਸੀ, ਔਰ ਨਿਹੰਗ ਸਿੰਘ ਜਥੇਬੰਦੀਆਂ ਕਿਸਾਨੀ ਮੋਰਚੇ ਔਰ ਉਹਨਾਂ ਦੇ ਵਿਚਾਲੇ ਢਾਲ ਬਣ ਕੇ ਖੜ ਗਈਆਂ ਤੀਆਂ ਔਰ ਉਹਨਾਂ ਨੂੰ ਇੱਥੋਂ ਦਵਲਤਾ ਸੀ। ਉਹਨਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਤੇ ਬੜਾ ਮਾਣ ਹੈ, ਗੁਰੂ ਦੀਆਂ ਲਾਡਲੀਆਂ ਫੌਜਾਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਫੌਜਾਂ ਨੇ। ਜਿੰਨਾ ਚਿਰ ਨਿਹੰਗ ਸਿੰਘ ਜਥੇਬੰਦੀਆਂ ਉਰੇ ਬੈਠੀਆਂ ਨੇ, ਜਾਂ ਕੋਈ ਗੁੰਡਾ ਜਾਂ ਕੋਈ ਆਰਐਸਐਸ ਵਾਲਾ ਜਾਂ ਕੋਈ ਬੀਜੇਪੀ ਵਾਲਾ, ਉਹਨਾਂ ਚਿਰ ਤਾਂ ਮੋਰਚੇ ਵੱਲ ਮੂੰਹ ਨਹੀਂ ਉਹ ਕਿਸੇ ਨੂੰ ਕਰਨ ਦਿੰਦੀਆਂ, ਇੰਨੀ ਚੜ੍ਹਦੀ ਕਲਾ 'ਚ ਨੇ। ਉਹ ਇੱਕ ਸਮਾਂ ਸੀ ਜਦੋਂ ਜਾਹੋ ਜਲਾਲ ਸੀ ਅੰਦੋਲਨ ਦਾ, ਪੰਜਾਬ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਅਨੇਕਾਂ ਹੀ ਟਰਾਲੀਆਂ ਭਰ ਕੇ ਆਈਆਂ, ਸੜਕਾਂ 'ਤੇ ਸਿਰਫ ਟਰਾਲੀਆਂ ਦਿਖਦੀਆਂ ਸੀ, ਗੱਡੀ ਕਾਰ ਉਹ ਸੜਕਾਂ 'ਤੇ ਕੋਈ ਨਹੀਂ ਦਿਖਦੀ। 1 ਮਹੀਨੇ ਬਾਅਦ ਦੁਬਾਰਾ ਫੇਰ ਉਹ ਦਿਨ ਆ ਰਿਹਾ, ਉਹ ਮੌਕਾ ਆ ਰਿਹਾ। ਕੀ ਲੱਗਦਾ ਕਿਵੇਂ ਦੀ ਤਿਆਰੀ ਕੀਤੀ ਜਾਣੀ ਚਾਹੀਦੀ ਹੈ? ਤੁਹਾਡੀ ਉਹਨਾਂ ਦਿਨਾਂ ਨੂੰ ਲੈ ਕੇ ਕਿਹੋ ਜਿਹੀ ਤਿਆਰੀ ਤੁਸੀਂ ਕਰ ਰਹੇ ਹੋ ਕਿ ਵੱਡੇ ਇਕੱਠ ਲੈ ਕੇ ਆਉਣ ਦੀਆਂ ਤਿਆਰੀਆਂ ਨੇ? ਜਿਹੜੀਆਂ ਆਪਣੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕਾਲ ਦੇਣੀ ਚਾਹੀਦੀ ਹੈ, ਅੱਗੇ ਮੰਗੇ ਦੇਣੀ ਚਾਹੀਦੀ ਹੈ ਕਾਲ 26 ਜਨਵਰੀ ਦੀ। ਉਹ ਫੇਰ 2 ਹੱਥ ਕਰਦੇ ਆ ਇਹਨਾਂ ਨਾਲ, ਨਾਲੇ ਜਦ ਨੂੰ ਕਣਕਾਂ ਬੀਜ ਕੇ ਪਾਣੀ ਪੂਣੀ ਲਾ ਕੇ ਵਿਹਲੇ ਹੋ ਜਾਾਂਗੇ। ਤੁਸੀਂ ਦੇਖ ਰਹੇ ਹੋ KTV UK, ਮੈਂ ਅਮਨਦੀਪ ਸਿੰਘ। ਨਿਹੰਗ ਸਿੰਘ ਜਥੇਬੰਦੀਆਂ ਨੇ 27 ਤਰੀਕ ਦੀ ਇੱਕ ਕਾਲ ਦਿੱਤੀ ਸੀ ਸਾਰੀਆਂ ਪੰਥਕ ਧਿਰਾਂ ਨੂੰ, ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ, ਕਿ ਉਹ ਸਿੰਘੂ ਬਾਰਡਰ ਉੱਤੇ ਆਉਣ ਅਤੇ ਇੱਕ ਗੁਰਮਤਿ ਅਨੁਸਾਰ ਸੰਗਤ ਤੋਂ ਵੀ ਉਹਨਾਂ ਨੇ ਇਹ ਸਵਾਲ ਕੀਤਾ ਕਿ ਗੁਰਮਤਾ ਕੀਤਾ ਜਾਵੇ, ਦੱਸਿਆ ਜਾਵੇ ਕਿ ਨਿਹੰਗ ਸਿੰਘਾਂ ਨੂੰ ਸਿੰਘੂ ਬਾਰਡਰ ਉੱਤੇ ਬਣੇ ਰਹਿਣਾ ਚਾਹੀਦਾ ਆ ਜਾਂ ਫਿਰ ਇੱਥੋਂ ਚਾਲੇ ਪਾ ਦੇਣੇ ਚਾਹੀਦੇ ਨੇ। ਜੇਕਰ ਜੋ ਘਟਨਾਕ੍ਰਮ ਵਾਪਰਿਆ ਜਿਸ ਕਰਕੇ ਸਾਰੀਆਂ ਗੱਲਾਂ ਬਾਤਾਂ ਹੋਈਆਂ, ਉਸ ਬਾਰੇ ਤੁਸੀਂ ਭਲੀ ਪ੍ਰਕਾਰ ਜਾਣਦੇ ਹੋ। ਨਿਹੰਗ ਸਿੰਘ ਜਥੇਬੰਦੀਆਂ ਦੀ ਕਾਲ ਤੇ ਪੰਥਕ ਧਿਰਾਂ ਇੱਥੇ ਆ ਰਹੀਆਂ ਨੇ। ਪਲਵਿੰਦਰ ਸਿੰਘ ਤਲਵਾੜਾ ਜੀ ਵੀ ਇੱਥੇ ਪਹੁੰਚ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਸਵਾਗਤ ਕਰਦੇ ਆ ਜੀ KTV ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਆਏ ਹੋ, ਨਿਹੰਗ ਸਿੰਘ ਜਥੇਬੰਦੀਆਂ ਨਾਲ ਗੱਲਬਾਤ ਹੋਈ ਹੋਊਗੀ, ਕੀ ਗੱਲਬਾਤ ਹੋਈ ਹੈ ਜਾਂ ਤੁਸੀਂ ਉਹਨਾਂ ਨਾਲ ਕੀ ਗੱਲਬਾਤ ਕੀਤੀ? ਅਸੀਂ ਕੱਲ ਆ ਗਏ ਸੀਗੇ ਜੀ, ਕੱਲ ਸ਼ਾਮ ਨੂੰ ਉਰੇ ਆ ਗਏ ਸੀ। ਕੱਲ ਸਵੇਰੋਂ ਅਸੀਂ ਹਰਿਆਣੇ 'ਚ ਆ ਗਏ ਸੀ। ਭਾਈ ਨਵੀਨ ਸਿੰਘ ਉਹਨਾਂ ਦੀ ਅਸੀਂ ਇੱਕ ਤਾਂ ਮਦਦ ਕਰਕੇ ਆਏ ਹਾਂ, ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ 51,000 ਰੁਪਈਆ, ਇੱਕ ਕੇਸਰੀ ਦਸਤਾਰ ਤੇ ਇੱਕ ਲੋਈ ਉਹਨਾਂ ਨੂੰ ਦੇ ਕੇ ਆਏ ਹਾਂ, ਔਰ ਉਹਨਾਂ ਤੋਂ ਨਿਮਰਤਾ ਸਹਿਤ ਮਾਫੀ ਮੰਗ ਕੇ ਆਏ ਆ ਵੀ ਜੇ ਕਿਸੇ ਤੋਂ ਗਲਤੀ ਨਾਲ ਜਾਣੇ ਅਣਜਾਣੇ 'ਚ ਗਲਤੀ ਹੋ ਗਈ ਤਾਂ ਉਹਦੇ ਲਈ ਪੰਜਾਬ ਦੇ ਸਿੱਖ ਜਿਹੜੇ ਤੁਹਾਡੇ ਵੀਰ ਨੇ ਉਹ ਸਾਰੇ ਮਾਫੀ ਚਾਹੁੰਦੇ ਨੇ। ਕੋਈ ਗੱਲ ਨਹੀਂ, ਜਾਣੇ ਅਣਜਾਣੇ 'ਚ ਹੋਈ ਹੈ। ਤੇ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਅਸੀਂ ਉਰੇ ਆ ਗਏ ਸੀ। ਅੱਜ 10 ਵਜੇ ਤੋਂ ਲੈ ਕੇ ਹੁਣ 4:30 ਸਵਾ 4 ਵਜੇ ਤੱਕ ਮੈਂ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਸੀ। ਸਾਰੀਆਂ ਦੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਸੀਂ, ਸਾਡੀ ਜਥੇਬੰਦੀ ਵਾਰਸ ਪੰਜਾਬ ਦੇ ਵੱਲੋਂ, ਸਾਰੀ ਸਿੱਖ ਕੌਮ ਵੱਲੋਂ ਇਹ ਬੇਨਤੀ ਵੀ ਕਰ ਰਹੇ ਹਾਂ ਕਿ ਆਪਸ ਦੇ ਵਿੱਚ ਤੁਸੀਂ ਇੱਕ ਰਹੋ, ਏਕਤਾ ਬਣਾ ਕੇ ਰੱਖੋ, ਕਿਉਂਕਿ ਕੌਮ ਤੇ ਕਾਫੀ ਸੰਕਟ ਭਰਿਆ ਸਮਾਂ ਚੱਲ ਰਿਹਾ, ਵੀ ਸਾਰੇ ਆਪਾਂ ਏਕਤਾ ਦੇ ਨਾਲ ਇਹ ਜਿਹੜਾ ਅੰਦੋਲਨ ਹੈ, ਜਿਹੜਾ ਇਹ ਸਿੱਖ ਕਿਸਾਨੀ ਸੰਘਰਸ਼ ਹੈ, ਇਹਨੂੰ ਆਪਾਂ ਜਿੱਤੀਏ। ਤਲਵਾੜਾ ਜੀ, ਕੀ ਲੱਗਦਾ ਤੁਹਾਡੀ ਨਿੱਜੀ ਰਾਏ ਜੇਕਰ ਜਾਣਨੀ ਹੋਵੇ ਤਾਂ ਜਿਵੇਂ ਨਿਹੰਗ ਸਿੰਘ ਜਥੇਬੰਦੀਆਂ ਨੇ 26 ਤਰੀਕ ਤੋਂ ਬਾਅਦ ਸਟੇਜ ਦੇ ਉੱਤੇ ਹਮਲੇ ਹੁੰਦੇ ਨੇ, ਜਿਹੜੀ ਪਰਲੀ ਸਟੇਜ ਆ ਜਿਹੜੀ ਦਿੱਲੀ ਦੇ ਸਭ ਤੋਂ ਜ਼ਿਆਦਾ ਕਰੀਬ ਆ, ਤਾਂ ਸੰਘੀ ਸੋਚ ਵਾਲੇ ਜਿਹੜੇ ਲੋਕ ਸੀ ਉਹਨਾਂ ਨੇ ਉੱਤੇ ਹਮਲੇ ਕੀਤੇ। ਇੱਕ ਦਿਨ ਪਹਿਲਾਂ ਵਾਰਨਿੰਗ ਦੇ ਕੇ ਗਏ ਕਿ ਭਾਈ ਅਸੀਂ ਕੱਲ੍ਹ ਨੂੰ ਆਵਾਂਗੇ, ਤਿਆਰ ਰਹੋ, ਤੇ ਅਗਲੇ ਦਿਨ ਉਹ ਆਏ ਵੀ, ਉਹਨਾਂ ਨੇ ਆਪਣੀ ਗੱਲ ਪੂਰੀ ਕੀਤੀ। ਉਸ ਵੇਲੇ ਨਿਹੰਗ ਸਿੰਘ ਜਥੇਬੰਦੀਆਂ ਕਿਸਾਨੀ ਮੋਰਚੇ ਦੀ ਢਾਲ ਬਣੀਆਂ, ਤਾਂ ਕਿਸਾਨੀ ਮੋਰਚੇ ਦੀ ਢਾਲ ਬਣੀ ਰਹਿਣੀ ਚਾਹੀਦੀ ਹੈ ਜਾਂ ਇਹਨੂੰ ਹਟਾ ਲੈਣਾ ਚਾਹੀਦਾ? ਦੇਖੋ, ਸਾਰੀ ਕੌਮ ਇਹ ਗੱਲ ਚਾਹੁੰਦੀ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਇੱਥੋਂ ਜਾਣ ਨਾ ਔਰ ਮੋਰਚੇ ਦਾ ਹਿੱਸਾ ਬਣੀਆਂ ਰਹਿਣ।
ਤੇ ਸਾਰੀ ਕੌਮ ਵੱਲੋਂ ਅਸੀਂ ਵੀ ਉਹਨਾਂ ਨੂੰ ਬੇਨਤੀ ਕੀਤੀ ਹੈ, ਨਿਹੰਗ ਸਿੰਘ ਜਥੇਬੰਦੀਆਂ ਨੂੰ। ਮੈਂ ਨਿੱਜੀ ਤੌਰ ਤੇ, ਕਿਉਂਕਿ ਰਾਜਾ ਰਾਜ ਸਿੰਘ ਉਹਨਾਂ ਨਾਲ ਮੇਰੇ ਬਹੁਤ ਵਧੀਆ ਸੰਬੰਧ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇੱਥੋਂ ਜਾਇਓ ਨਾ, ਮੋਰਚੇ ਦਾ ਹਿੱਸਾ ਬਣਿਆ ਰਹੋ, ਤਾਂ ਜੋ ਮੋਰਚਾ ਪੰਜਾਬ ਨੇ ਹਰ ਹਾਲਤ 'ਚ ਜਿੱਤਣਾ ਹੀ ਜਿੱਤਣਾ। ਜੇਕਰ ਜਿਵੇਂ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਨਿਹੰਗ ਸਿੰਘ ਜਥੇਬੰਦੀਆਂ ਇੱਥੋਂ ਚਲੀਆਂ ਜਾਣਗੀਆਂ ਤਾਂ ਪਿੱਛੋਂ ਹਮਲਾ ਹੋ ਸਕਦਾ, ਹਾਲਾਂਕਿ ਹਮਲੇ ਪਹਿਲਾਂ ਵੀ ਹੋਏ ਨੇ, ਤਾਂ ਲੱਗਦਾ ਤੁਹਾਨੂੰ ਕਿ ਇਸ ਤਰ੍ਹਾਂ ਦੀ ਕੋਈ ਕਾਰਵਾਈ ਜਿਹੜੀ ਉਸ ਤੋਂ ਬਾਅਦ ਪ੍ਰਸ਼ਾਸਨ ਪਾ ਸਕਦਾ ਹੈ? ਦੇਖੋ, ਆਪਾਂ ਦੇਖਿਆ ਹੀ ਹੈ 26 ਜਨਵਰੀ ਤੋਂ ਬਾਅਦ ਜਦ ਮੋਰਚੇ 'ਚ ਰਸ਼ ਘਟ ਗਿਆ ਸੀ ਤੇ ਇੱਥੋਂ ਸੰਗਤ ਕਾਫੀ ਘੱਟ ਰਹਿ ਗਈ ਸੀਗੀ, ਤਾਂ ਉਸ ਵੇਲੇ ਆਰਐਸਐਸ ਔਰ ਬੀਜੇਪੀ ਦੇ ਬੰਦਿਆਂ ਨੇ ਹਮਲਾ ਕਰਨ ਦੀ ਪਲੈਨਿੰਗ ਕਰ ਲਈ ਸੀ, ਔਰ ਨਿਹੰਗ ਸਿੰਘ ਜਥੇਬੰਦੀਆਂ ਕਿਸਾਨੀ ਮੋਰਚੇ ਔਰ ਉਹਨਾਂ ਦੇ ਵਿਚਾਲੇ ਢਾਲ ਬਣ ਕੇ ਖੜ ਗਈਆਂ ਤੀਆਂ, ਔਰ ਉਹਨਾਂ ਨੂੰ ਇੱਥੋਂ ਦਵਲਤਾ ਸੀ ਉਹਨਾਂ ਨੇ। ਹੁਣ ਵੀ ਨਿਹੰਗ ਸਿੰਘ ਜਥੇਬੰਦੀਆਂ ਤੇ ਬੜਾ ਮਾਣ ਹੈ, ਗੁਰੂ ਦੀਆਂ ਲਾਡਲੀਆਂ ਫੌਜਾਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਫੌਜਾਂ ਨੇ। ਜਿੰਨਾ ਚਿਰ ਨਿਹੰਗ ਸਿੰਘ ਜਥੇਬੰਦੀਆਂ ਉਰੇ ਬੈਠੀਆਂ ਨੇ, ਜਾਂ ਕੋਈ ਗੁੰਡਾ ਜਾਂ ਕੋਈ ਆਰਐਸਐਸ ਵਾਲਾ ਜਾਂ ਕੋਈ ਬੀਜੇਪੀ ਵਾਲਾ, ਉਹਨਾਂ ਚਿਰ ਤਾਂ ਮੋਰਚੇ ਵੱਲ ਮੂੰਹ ਨਹੀਂ ਉਹ ਕਿਸੇ ਨੂੰ ਕਰਨ ਦਿੰਦੀਆਂ, ਇੰਨੀ ਚੜ੍ਹਦੀ ਕਲਾ 'ਚ ਨੇ। ਨਿਹੰਗ ਸਿੰਘ ਜਥੇਬੰਦੀਆਂ ਨੇ ਲੋਕਾਂ ਤੋਂ ਇਹ ਸੁਝਾਅ ਮੰਗਿਆ ਕਿ ਸਾਨੂੰ ਇੱਥੇ ਬਣੇ ਰਹਿਣਾ ਚਾਹੀਦਾ ਹੈ, ਸਾਨੂੰ ਇੱਥੇ ਚਲੇ ਜਾਣਾ ਚਾਹੀਦਾ ਹੈ, ਸੰਗਤ ਦਾ ਫੈਸਲਾ ਹੈ, ਗੁਰਮਤਿ ਅਨੁਸਾਰ ਇਹ ਫੈਸਲੇ ਹੋਣਗੇ। ਤੁਹਾਨੂੰ ਕੀ ਲੱਗਦਾ ਹੈ ਕਿ ਸੰਗਤ ਕਿਸ ਤਰ੍ਹਾਂ ਦਾ ਫੈਸਲਾ ਦੇਵੇਗੀ? ਪੰਜਾਬ ਦੇ ਵਿੱਚ ਵਿਚ ਰਹੇ ਹੋ ਜਾਂ ਇੱਥੇ ਦੇ ਜਿਹੜੇ ਲੋਕ ਨੇ ਜਿਹੜੇ ਉਰੇ ਡਟੇ ਹੋਏ ਨੇ, ਉਹਨਾਂ ਦੇ ਨਾਲ ਤੁਸੀਂ ਗੱਲਾਂ ਬਾਤਾਂ ਕੀਤੀਆਂ ਨੇ, ਉਹਨਾਂ ਦਾ ਕੀ ਰੁਝਾਨ ਹੈ? ਦੇਖੋ, ਪੰਜਾਬ ਦੀ ਜਿਹੜੀ ਟੋਟਲ ਸਿੱਖ ਸੰਗਤ ਹੈ, ਪੰਜਾਬ ਦੀਆਂ ਪੰਥਕ ਜਥੇਬੰਦੀਆਂ ਨੇ, ਛੋਟੀਆਂ ਵੱਡੀਆਂ ਸਾਰੀਆਂ, ਉਹ ਸਾਰੀਆਂ ਇਹ ਚਾਹੁੰਦੀਆਂ ਨੇ ਕਿ ਨਿਹੰਗ ਸਿੰਘ ਜਥੇਬੰਦੀਆਂ ਮੋਰਚੇ ਦੇ ਵਿੱਚ ਡਟੀਆਂ ਰਹਿਣ। ਕਿਉਂਕਿ ਇੱਕ ਤਾਂ ਸਭ ਤੋਂ ਬੜੀ ਗੱਲ ਇਹ ਹੈ ਕਿ ਜਿਹੜੀ ਪੰਥਕ ਨੁਮਾਇੰਦਗੀ ਹੈ, ਪੰਥਕ ਸ਼ਮੂਲੀਅਤ ਹੈ ਮੋਰਚੇ 'ਚ, ਉਹ ਨਿਹੰਗ ਸਿੰਘ ਜਥੇਬੰਦੀਆਂ ਹੀ ਨੇ। ਔਰ ਨਿਹੰਗ ਸਿੰਘ ਜਥੇਬੰਦੀਆਂ ਤੇ ਆਪਾਂ ਮਾਣ ਕਰ ਸਕਦੇ ਹਾਂ, ਗੁਰੂ ਦੀਆਂ ਲਾਡਲੀਆਂ ਫੌਜਾਂ ਨੇ, ਉਹਨਾਂ ਦਾ ਕੋਈ ਆਪ ਦਾ ਰੌਲਾ ਹੈ ਨਹੀਂ, ਉਹ ਤਾਂ ਕਿਸਾਨੀ ਸੰਘਰਸ਼ ਕਰਕੇ ਹੀ ਉਰੇ ਆਈਆਂ ਨੇ, ਕਿਸਾਨਾਂ ਦੀ ਮਦਦ ਕਰਨ ਵਾਸਤੇ ਆਈਆਂ ਨੇ, ਜਿਹੜੀ ਕਿ ਬਹੁਤ ਵਧੀਆ ਗੱਲ ਹੈ। ਪੁਰਾਤਨ ਸਮਿਆਂ ਵਿੱਚ ਵੀ ਦੇਖੋ, ਨਿਹੰਗ ਸਿੰਘ ਜਥੇਬੰਦੀਆਂ ਜਦ ਪੰਜਾਬ ਨੇ ਸੰਘਰਸ਼ ਕੀਤੇ ਨੇ, ਘੋਲ ਲੜੇ ਨੇ, ਤਾਂ ਨਿਹੰਗ ਸਿੰਘ ਜਥੇਬੰਦੀਆਂ ਨੇ ਹਮੇਸ਼ਾ ਪੰਜਾਬੀਆਂ ਦਾ ਸਾਥ ਦਿੱਤਾ ਡਟ ਕੇ, ਔਰ ਇਸ ਵਾਰ ਵੀ ਉਹ ਦੇ ਰਹੀਆਂ ਨੇ। ਇੱਕ ਉਹਨਾਂ ਨੇ ਪੋਸਟ ਪਾਈ ਤੀ ਸੋਸ਼ਲ ਮੀਡੀਆ ਤੇ ਵੀ ਕੀ ਸਾਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ ਜਾਂ ਇੱਥੇ ਹੀ ਰਹਿਣਾ ਚਾਹੀਦਾ। ਉਹਦੇ ਕਮੈਂਟ ਪੜ੍ਹ ਕੇ ਦੇਖ ਲਓ, ਇੱਕ ਬੱਚੇ ਨੇ ਵੀ ਇਹ ਗੱਲ ਨਹੀਂ ਕਹੀ ਵੀ ਤੁਸੀਂ ਇੱਥੋਂ ਚਲੇ ਜਾਓ। ਅਸੀਂ ਵੀ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਤੇ ਬੜਾ ਮਾਣ ਕਰਦੇ ਹਾਂ, ਔਰ ਅੱਜ ਮੈਂ ਕੱਲੀ ਜਥੇਬੰਦੀ ਦੇ ਨੁਮਾਇੰਦਿਆਂ ਨੂੰ, ਬਾਬਾ ਜੀਆਂ ਨੂੰ, ਸਾਰਿਆਂ ਨੂੰ ਮਿਲ ਕੇ ਆਇਆ, ਔਰ ਉਹਨਾਂ ਨੂੰ ਕਹਿ ਕੇ ਆਇਆ ਕਿ ਤੁਸੀਂ ਜਾਓ ਨਾ, ਕੌਮ ਤੁਹਾਡੇ ਨਾਲ ਹੈ, ਪੰਥ ਤੁਹਾਡੇ ਨਾਲ ਹੈ। ਤੇ ਉਹਨਾਂ ਨੇ ਭਰੋਸਾ ਦਿੱਤਾ ਵੀ ਕੱਲ ਨੂੰ ਮੀਟਿੰਗ ਹੈ, ਜਿਹੜੀ ਮੀਟਿੰਗ ਬਾਰੇ ਵੀ ਤੁਹਾਡੇ ਇਹਦੇ ਮਾਧਿਅਮ ਜਰੀਏ ਵੀ ਦੱਸਦੇ ਆ ਕਿ ਕੱਲ ਨੂੰ 2 ਵਜੇ ਨਿਹੰਗ ਸਿੰਘ ਜਥੇਬੰਦੀਆਂ ਨੇ ਸਟੇਜ ਦੇ ਕੋਲੇ ਮੀਟਿੰਗ ਸੱਦੀ ਹੈ, ਔਰ ਉਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਉਹਨਾਂ ਨੇ ਸੱਦਿਆ। ਕਿਸਾਨ ਜਥੇਬੰਦੀਆਂ ਨੂੰ, ਧਾਰਮਿਕ ਜਥੇਬੰਦੀਆਂ ਨੂੰ, ਪੰਥਕ ਜਥੇਬੰਦੀਆਂ ਨੂੰ ਖੁੱਲਾ ਸਿੱਧਾ ਦਿੱਤਾ ਕਿ ਆਓ, ਆ ਕੇ ਤੁਸੀਂ ਸਾਨੂੰ ਦੱਸੋ ਸਾਨੂੰ ਕੀ ਕਰਨਾ ਚਾਹੀਦਾ। ਤੇ ਮੈਨੂੰ ਹੁਣੇ ਲੇਟੈਸਟ ਪਤਾ ਲੱਗਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਵੀ ਇੱਕ ਟੀਮ ਬਣਾਤੀ ਹੈ ਜਿਹੜੀ ਉਹਦੇ ਵਿੱਚ ਜਾਊਗੀ। ਇਹ ਜਿਹੜੀ ਕੱਲ ਦੀ ਮੀਟਿੰਗ ਹੈ, ਇਹ ਕੋਈ ਆਪਸੀ ਟਕਰਾਓ ਦੀ ਮੀਟਿੰਗ ਨਹੀਂ ਹੈ, ਇਹ ਤਾਂ ਰਲ ਮਿਲ ਕੇ ਸਾਰੇ ਪੰਜਾਬੀਆਂ ਨੂੰ, ਨਿਹੰਗ ਸਿੰਘ ਜਥੇਬੰਦੀਆਂ ਨੂੰ, ਹੋਰ ਜਥੇਬੰਦੀਆਂ ਨੂੰ ਇਕੱਠਾ ਹੋ ਕੇ ਦਿੱਲੀ ਦੇ ਖਿਲਾਫ ਇਸ ਮੋਰਚੇ ਨੂੰ ਤਕੜਾ ਕਰਨ ਵਾਸਤੇ ਹੀ ਮੀਟਿੰਗ ਹੈ। ਇਹ ਤਾਂ ਇੱਥੋਂ ਸਪਸ਼ਟ ਕਰ ਦਈਏ ਕਿ ਇਸ ਮੋਰਚੇ ਨੂੰ ਤਕੜਾ ਕਰਨ ਵਾਸਤੇ ਹੀ ਹੈ, ਤਾਂ ਜੋ ਸੈਂਟਰ ਤੇ ਦਬਾਅ ਬਣਾਇਆ ਜਾ ਸਕੇ। ਬਾਬਾ ਰਾਜਾ ਰਾਜ ਸਿੰਘ ਜੀ ਨਾਲ ਗੱਲਬਾਤ ਕੀਤੀ ਸੀ, ਉਹ ਕਹਿੰਦੇ ਨੇ ਕਿ ਨਿਹੰਗ ਸਿੰਘਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ, ਕਿ ਸਾਨੂੰ ਕਿਸੇ ਖਾਸ ਮਕਸਦ ਦੇ ਲਈ ਨਿਸ਼ਾਨੇ ਤੇ ਲਿਆ ਜਾ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ ਕਿ ਇੱਕ ਕਰਕੇ ਇਹਨਾਂ ਨੂੰ ਟਾਰਗੇਟ ਕਰਕੇ ਤੋਂ ਭੇਜ ਦਿੱਤਾ ਜਾਵੇ, ਮਗਰੋਂ ਕੋਈ ਹੂਕ ਹੱਲਾ ਕਰਾ ਦਿੱਤਾ ਜਾਵੇ, ਜਾਂ ਜਿਵੇਂ ਜਿਹੜਾ ਮੂੰਹ ਤੋੜਮਾ ਜਵਾਬ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਹਮਲਾਵਰਾਂ ਦਾ ਦਿੱਤਾ, ਜਿਹੜੇ ਆਰਐਸਐਸ ਦੀ ਸੋਚ ਵਾਲੇ ਇੱਥੇ ਹਮਲਾ ਕਰਨ ਆਏ ਸੀ? ਹਾਂ, ਇਹ ਗੱਲ ਜ਼ਰੂਰ ਹੈ ਜੀ, ਸਰਕਾਰਾਂ ਕੁਝ ਵੀ ਕਰ ਸਕਦੀਆਂ ਨੇ ਮੋਰਚੇ ਨੂੰ ਢਾਹ ਲਾਉਣ ਵਾਸਤੇ, ਮੋਰਚੇ ਨੂੰ ਕਮਜ਼ੋਰ ਕਰਨ ਵਾਸਤੇ। ਸਰਕਾਰਾਂ ਦੀਆਂ ਏਜੰਸੀਆਂ ਨੇ, ਪਹਿਲਾਂ ਤੇ ਆਪਾਂ ਦੇਖਦੇ ਆਏ ਹਾਂ ਕਿ 47 ਤੋਂ ਲੈ ਕੇ ਅੱਜ ਤੱਕ ਪੰਜਾਬ ਨੂੰ ਕਦੇ ਇਨਸਾਫ ਨਹੀਂ ਮਿਲਿਆ। ਹੁਣ ਵੀ ਆ ਜਿਹੜਾ ਮੋਰਚਾ ਹੈ, ਇਹਨਾਂ ਨੂੰ ਤਾਂ ਇਹ ਲੱਗਦਾ ਸੀ ਬੀਜੇਪੀ ਸਰਕਾਰ ਨੂੰ, ਮੋਦੀ ਨੂੰ, ਆਰਐਸਐਸ ਨੂੰ ਵੀ ਸਾਡੇ ਸਾਹਮਣੇ ਹੁਣ ਕੋਈ ਖੜੇ ਨਹੀਂ ਸਕਦਾ ਪੂਰੇ ਦੇਸ਼ 'ਚ। ਇਹ ਤਾਂ ਪੰਜਾਬੀਆਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਨੇ, ਹਰਿਆਣੇ ਵਾਲਿਆਂ ਨੇ, ਹੋਰ ਕਿਸਾਨਾਂ ਨੇ ਉੱਠ ਕੇ ਇਹਦੀ ਹਿੱਕ ਤੇ ਚੜ ਕੇ ਆ ਕੇ ਬਹਿ ਗਏ, ਇਹਨੂੰ ਦਿਖਾਤਾ ਕਿ ਜਿਹੜਾ ਤੁਹਾਡਾ ਹੰਕਾਰ ਹੈ ਇਹ ਤੋੜਨ ਵਾਲੇ ਵੀ ਹੁੰਦੇ ਨੇ। ਗੁਰੂ ਦੀ ਬਖਸ਼ਿਸ਼ ਰਹੀ ਤਾਂ ਇਹ ਮੋਰਚਾ ਆਪਾਂ ਜਿੱਤਾਂਗੇ ਜ਼ਰੂਰ, ਔਰ ਨਿਹੰਗ ਸਿੰਘ ਜਥੇਬੰਦੀਆਂ ਇਸ ਮੋਰਚੇ ਦਾ ਪੂਰਨ ਸਮਰਥਨ ਕਰਨਗੀਆਂ। ਅਸੀਂ ਨਿੱਜੀ ਤੌਰ ਤੇ ਵੀ ਅੱਜ ਮੈਂ ਸਾਰਿਆਂ ਨੂੰ ਕਹਿ ਕੇ ਆਇਆ ਕਿ ਇਹ ਮੋਰਚੇ ਜੋ ਤੁਸੀਂ ਜਾਇਓ ਨਾ, ਪੰਥ ਸਾਰਾ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਖੜਾ ਹੈ। ਉਹਨੇ ਦੀ ਵਢਾਈ ਦਾ ਸੀਜ਼ਨ ਚੱਲ ਰਿਹਾ,
ਤਾਂ ਜਿਵੇਂ ਪਹਿਲਾਂ ਵੀ ਜਦੋਂ ਅਜਿਹੇ ਅੰਦੋਲਨ ਦੇ ਵਿੱਚ ਸਮੇਂ ਆਏ ਨੇ ਤਾਂ ਅਕਸਰ ਕਿਸਾਨ ਆਪਣੇ ਕੰਮਾਂ ਕਾਰਾਂ ਲਈ ਜਾਂਦੇ ਸੀ, ਨਿਬੇੜ ਕੇ ਆ ਜਾਂਦੇ ਸੀ। ਤਾਂ ਉਸ ਕਰਕੇ ਇਹ ਹੋ ਜਾਂਦਾ, ਕਈ ਵਾਰ ਲੱਗਦਾ ਕਿ ਗਿਣਤੀ ਘਟ ਗਈ, ਫਿਰ ਦੁਬਾਰਾ ਗਿਣਤੀ ਆ ਜਾਂਦੀ ਹੈ। ਪਰ ਅੱਜ 11 ਮਹੀਨੇ ਪੂਰੇ ਹੋ ਗਏ, 1 ਮਹੀਨੇ ਤੱਕ ਪੂਰਾ ਸਾਲ ਹੋ ਜਾਣਾ ਦਿੱਲੀ ਦੇ ਬਾਰਡਰਾਂ ਉੱਤੇ ਬੈਠਿਆਂ ਨੂੰ। ਤਾਂ ਉਹ ਸਮਾਂ ਦੁਬਾਰਾ ਆ ਜਾਣਾ, ਕਿ ਉਹ ਦਿਨ ਆ ਜਾਣਾ ਜਦੋਂ ਪੰਜਾਬ ਦੇ ਵਿੱਚੋਂ ਤੁਰੇ ਸੀ। ਉਹ ਇੱਕ ਸਮਾਂ ਸੀ ਜਦੋਂ ਜਾਹੋ ਜਲਾਲ ਸੀ ਅੰਦੋਲਨ ਦਾ। ਪੰਜਾਬ ਦੇ ਵਿੱਚੋਂ, ਹਰਿਆਣੇ ਦੇ ਵਿੱਚੋਂ ਅਨੇਕਾਂ ਹੀ ਟਰਾਲੀਆਂ ਭਰ ਕੇ ਆਈਆਂ। ਸੜਕਾਂ ਨੇ ਸਿਰਫ ਟਰਾਲੀਆਂ ਦਿਖਦੀਆਂ ਸੀ, ਗੱਡੀ ਕਾਰ ਉਹ ਸੜਕਾਂ ਤੇ ਕੋਈ ਨਹੀਂ ਦਿਖਦੀ। 1 ਮਹੀਨੇ ਬਾਅਦ ਦੁਬਾਰਾ ਫਿਰ ਉਹ ਦਿਨ ਆ ਰਿਹਾ, ਉਹ ਮੌਕਾ ਆ ਰਿਹਾ। ਕੀ ਲੱਗਦਾ ਕਿਵੇਂ ਦੀ ਤਿਆਰੀ ਕੀਤੀ ਜਾਣੀ ਚਾਹੀਦੀ ਹੈ? ਤੁਹਾਡੀ ਉਹਨਾਂ ਦਿਨਾਂ ਨੂੰ ਲੈ ਕੇ ਕਿਹੋ ਜਿਹੀ ਤਿਆਰੀ ਤੁਸੀਂ ਕਰ ਰਹੇ ਹੋ, ਕਿ ਵੱਡੇ ਇਕੱਠ ਲੈ ਕੇ ਆਉਣ ਦੀਆਂ ਤਿਆਰੀਆਂ ਨੇ? ਬਿਲਕੁਲ ਜੀ, ਅਸੀਂ ਕੱਲ ਵੀ 3 ਗੱਡੀਆਂ ਲੈ ਕੇ ਆਏ ਸੀਗੇ ਤੇ 2-3 ਅੱਜ ਆ ਜਾਣਗੀਆਂ ਹੋਰ। ਅਸੀਂ ਵੀ 30-40 ਬੰਦਿਆਂ ਨੂੰ ਕਿਹਾ ਕਿ ਉਰੇ ਰਿਹਾ ਕਰਾਂਗੇ, ਬਦਲ ਕੇ ਆਈ ਜਾਇਆ ਕਰਾਂਗੇ, ਕੁਝ ਕੰਮਾਂ ਦਾ ਸਮਾਂ। ਤੇ ਉਸ ਤੋਂ ਬਾਅਦ ਜਥੇਬੰਦੀਆਂ ਦੀ ਜਿਹੜੀਆਂ ਆਪਣੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕਾਲ ਦੇਣੀ ਚਾਹੀਦੀ ਆ, ਅੱਗੇ ਮੰਗੇ ਦੇਣੀ ਚਾਹੀਦੀ ਆ ਕਾਲ 26 ਜਨਵਰੀ ਦੀ। ਉਹ ਫੇਰ 2 ਹੱਥ ਕਰਦੇ ਆ ਇਹਨਾਂ ਨਾਲ, ਨਾਲੇ ਜਦ ਨੂੰ ਕਣਕਾਂ ਬੀਜ ਕੇ ਪਾਣੀ ਪੂਣੀ ਲਾ ਕੇ ਵਿਹਲੇ ਹੋ ਜਾਾਂਗੇ। ਜਣੀ ਹੁਣ ਕਾਲ ਤਾਂ ਜਥੇਬੰਦੀਆਂ ਨੇ ਦੇਣੀ ਹੈ ਨਾ, ਕਾਲ ਜਥੇਬੰਦੀਆਂ ਦੇਣ, ਨੌਜਵਾਨਾਂ ਨੂੰ ਭਰੋਸੇ 'ਚ ਲੈਣ। ਸਾਰੀਆਂ ਜਿਹੜੀਆਂ ਪੰਥਕ ਧਿਰਾਂ ਪਿੱਛੇ ਵੀ ਹਟਣੀਆਂ ਨੇ ਉਹਨਾਂ ਨੂੰ ਵੀ ਕਹਿਣ ਨਾਲੋਂ ਜਥੇਬੰਦੀਆਂ ਦੇ। ਹਾਂ ਬਿਲਕੁਲ ਜੀ, ਡਟ ਕੇ ਇਸ ਅੰਦੋਲਨ ਨੂੰ ਸਮਰਪਿਤ ਹੈ। ਜਿੱਦਣ ਤੋਂ ਪਹਿਲੇ ਦਿਨ ਤੋਂ ਸ਼ੰਭੂ ਮੋਰਚਾ ਲੱਗਿਆ ਸੀ, ਜਦ ਸਾਰੇ ਇਕੱਠੇ ਸੀ, ਉਸ ਦਿਨ ਜਿਹੜੇ ਉੱਥੇ ਖੁਰਚ ਕੇ ਕਈਆਂ ਨਾਲ ਮੋਰਚਾ ਲਾਇਆ ਸੀ ਉਹਨਾਂ ਦੇ ਵਿੱਚ ਸੀ ਅਸੀਂ, ਠੀਕ ਹੈ। ਤੇ ਉੱਥੇ ਉਦਣ ਤੋਂ ਲੈ ਕੇ ਅੱਜ ਤੱਕ ਮੋਰਚੇ ਨੂੰ ਸਮਰਪਿਤ ਹੈ। ਔਰ ਜਿੰਨਾ ਚਿਰ ਮੋਰਚਾ ਜਿੱਤ ਨਹੀਂ ਲੈਂਦੇ ਉਹਨਾਂ ਚਿਰ ਮੋਰਚੇ ਨੂੰ ਸਮਰਪਿਤ ਰਹਾਂਗੇ। ਔਰ ਜਥੇਬੰਦੀਆਂ ਦੇ ਬਜ਼ੁਰਗ ਆਗੂਆਂ ਨੂੰ ਵੀ ਸਾਡੀ ਬੇਨਤੀ ਹੈ ਕਿ ਅਸੀਂ ਤੁਹਾਡੇ ਨਾਲ ਹੈ, ਤੁਸੀਂ ਡਟ ਕੇ ਸੰਘਰਸ਼ ਲੜੋ। ਹਾਂ ਠੀਕ ਹੈ, ਕਈ ਵਾਰ ਕਈ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਕਹਿਣੀਆਂ ਵੀ ਪੈਂਦੀਆਂ ਨੇ, ਉਹਨਾਂ ਦਾ ਫਿਰ ਗੁੱਸਾ ਵੀ ਨਹੀਂ ਕਰਨਾ ਚਾਹੀਦਾ। ਜਿੱਥੇ ਕਿਤੇ ਸਾਨੂੰ ਲੱਗਦਾ ਵੀ ਆਹ ਗੱਲ ਹੁਣ ਠੀਕ ਨਹੀਂ, ਕਹਿ ਦੇਣੀ ਚਾਹੀਦੀ, ਉਹ ਅਸੀਂ ਕਹਿ ਵੀ ਦਿੰਨੇ ਆ। ਤੇ ਬਾਕੀ ਤਨ ਮਨ ਧਨ ਸਭ ਸਮਰਪਿਤ ਹੈ ਮੋਰਚੇ ਨੂੰ। ਜਿੰਨਾ ਚਿਰ ਮੋਰਚਾ ਚੱਲੂਗਾ, ਜਿੰਨਾ ਚਿਰ ਮੋਰਚਾ ਜਿੱਤ ਨਹੀਂ ਲੈਂਦੇ, ਜਥੇਬੰਦੀਆਂ ਦੇ ਨਾਲ ਖੜਾਂਗੇ ਮੋਢੇ ਨਾਲ ਮੋਢਾ ਲਾ ਕੇ। ਸਾਹਿਬ, ਜਦੋਂ ਬੇਅਦਬੀ ਦਾ ਘਟਨਾ ਵਾਪਰਦੀ ਹੈ, ਤੁਸੀਂ ਵੀ ਉੱਥੇ ਪਹੁੰਚਦੇ ਹੋ, ਤੁਸੀਂ ਆਖਿਆ ਸੀ ਕਿ ਨਿਹੰਗ ਸਿੰਘਾਂ ਦੇ ਨਾਲ ਖੜਾਂਗੇ, ਜਾਂ ਜੋ ਇਹਨਾਂ ਬੇਅਦਬੀ ਕਰਨ ਆਏ ਨੂੰ ਜੋ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਜੋ ਸੋਧਾ ਲਾਊਗਾ ਉਹਨਾਂ ਦੇ ਨਾਲ ਖੜੋਗੇ। ਤਾਂ ਨਵੀਨ ਸਿੰਘ ਦੇ ਨਾਲ ਵੀ ਤੁਸੀਂ ਅੱਜ ਆ ਕੇ ਆਏ ਹੋ, ਖੜੇ ਹੋ, ਹੁਣ ਵੀ ਨਿਹੰਗ ਸਿੰਘਾਂ ਦੇ ਕੋਲੋਂ, ਕਿ ਭਵਿੱਖ ਦੇ ਵਿੱਚ ਵੀ ਤਲਵਾਰਾਂ ਜੀ ਜਾਂ ਤੁਸੀਂ ਉਹਨਾਂ ਦੇ ਨਾਲ ਖੜੇ ਰਹੋਗੇ? ਦੇਖੋ, ਜਿਹੜਾ ਵੀ ਬੇਅਦਬੀ ਕਰੂਗਾ, ਠੀਕ ਹੈ, ਨਿਹੰਗ ਸਿੰਘ ਜਥੇਬੰਦੀਆਂ ਨੇ ਜਿਹੜੀਆਂ, ਜੇ ਉਹ ਕੋਈ ਗੱਲ ਕਰਦੀਆਂ ਨੇ, ਡਟ ਕੇ ਉਹਨਾਂ ਬੰਦਿਆਂ ਨਾਲ ਖੜਾਂਗੇ ਜਿਹੜੇ ਬੇਅਦਬੀਆਂ ਨੂੰ ਰੋਕਣਗੇ, ਚਾਹੇ ਉਹ ਕੋਈ ਵੀ ਹੋਵੇ, ਠੀਕ ਹੈ। ਨਿਹੰਗ ਸਿੰਘ ਜਥੇਬੰਦੀਆਂ ਨੇ ਉਸ ਨੂੰ ਠੱਲ ਪਾਈ ਹੈ, ਠੀਕ ਹੈ। ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਹੈ, ਸਵੇਰ ਦੇ ਅਸੀਂ ਉਹਨਾਂ ਨੂੰ ਹੈ। ਨਵੀਨ ਸਿੰਘ ਨੂੰ ਵੀ ਸਾਡੀ ਜਥੇਬੰਦੀ ਵਾਰਸ ਪੰਜਾਬ ਵੱਲੋਂ ਅਸੀਂ 51,000 ਰੁਪਈਆ ਦੇ ਕੇ ਆਏ ਹਾਂ, ਠੀਕ ਹੈ ਜੀ। ਤੇ ਨਿਹੰਗ ਸਿੰਘਾਂ ਨੂੰ ਵੀ ਕਿਹਾ ਵੀ ਕਿਸੇ ਵੀ ਕਿਸਮ ਦੀ ਕੋਈ ਲੋੜ ਹੈ ਸਾਨੂੰ ਦੱਸੋ, ਅਸੀਂ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਹਰ ਸੰਭਵ ਉਹਨਾਂ ਦੇ ਪਰਿਵਾਰਾਂ ਦੀ, ਕੋਈ ਕਾਨੂੰਨੀ ਲੋੜ ਹੈ, ਵਕੀਲਾਂ ਵਾਸਤੇ ਕਿਸੇ ਚੀਜ਼ ਦੀ ਲੋੜ ਹੈ, ਅਸੀਂ ਉਹਨਾਂ ਦੀ ਡਟ ਕੇ ਤਨੋ ਮਨੋ ਧਨੋ ਨਿਹੰਗ ਸਿੰਘ ਜਥੇਬੰਦੀਆਂ ਦੀ ਠੋਕ ਵਜਾ ਕੇ ਮਦਦ ਕਰਾਂਗੇ। ਜਿੰਨਾ ਚਿਰ ਉਹ ਸਾਡੇ ਵੀਰ ਛੁੱਟ ਨਹੀਂ ਜਾਂਦੇ, ਉਹਨਾਂ ਦੇ ਪਰਿਵਾਰਾਂ ਦੀ ਵੀ ਦੇਖਭਾਲ ਕਰਾਂਗੇ। ਵੈਸੇ ਤਾਂ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਸਾਡੀ ਡਿੱਗੀ ਹੋਈ ਪੱਤ ਰੱਖ ਲਈ, ਇਹਨਾਂ ਨੇ ਸਾਡੀ ਪੱਗ ਬਚਾ ਲਈ, ਕਿ ਸਾਨੂੰ ਸਟੇਟ ਤੋਂ ਇਨਸਾਫ ਨਹੀਂ ਸੀ ਮਿਲ ਰਿਹਾ। ਜਿਵੇਂ ਕਿ ਦੀਪ ਸਿੱਧੂ ਨੇ ਟਵੀਟ ਕਰਕੇ ਆਖਿਆ ਸੀਗਾ ਕਿ ਸਟੇਟ ਫੇਲੀਅਰ ਹੈ, ਵੀ ਸਟੇਟ ਫੇਲ ਹੋ ਗਈ ਇਨਸਾਫ ਦੇਣ ਦੇ ਵਿੱਚ, ਤਾਂ ਸਿੱਖਾਂ ਨੇ ਆਪ ਇਨਸਾਫ ਲੈ ਲਿਆ। ਤੇ ਦੂਜੇ ਪਾਸੇ ਹੀ ਸਿੱਖਾਂ ਦੇ ਹੀ ਆਪਣੇ ਲੋਕ ਨੇ, ਜਿਹੜੇ ਸਿੱਖ ਨੇ, ਪ੍ਰਚਾਰਕ ਵੀ ਨੇ, ਰਣਜੀਤ ਸਿੰਘ ਢੰਡਰੀਆਂ ਵਾਲੇ ਜਾਂ ਇਦਾਂ ਦੇ ਹੋਰ ਕਈ ਲੋਕ ਨੇ, ਜਿਹੜੇ ਉਹਨਾਂ ਚੀਜ਼ਾਂ ਦੇ ਸਬੂਤ ਮੰਗ ਰਹੇ ਨੇ ਕਿ ਸਾਨੂੰ ਸਬੂਤ ਦਿਓ, ਬੇਅਦਬੀ ਹੋਈ ਹੈ ਜਾਂ ਨਹੀਂ ਹੋਈ। ਸਬੂਤ ਤਾਂ ਨਿਹੰਗ ਸਿੰਘਾਂ ਨੇ ਵੀ ਫਿਰ ਮੰਗ ਲਿਆ ਤੀ ਢੱਡਰੀਆਂ ਵਾਲੇ ਤੋਂ, ਵੀ ਤੂੰ ਦੇ, ਜਿਹੜਾ ਭੁਪਿੰਦਰ ਸਿੰਘ ਮਾਰਿਆ ਤਾਂ ਆਪ ਮਾਰਿਆ, ਵੀ ਉਹਦੇ ਕੋਲ ਤੇਰੇ ਜਿਹੜੇ ਹੈਗੇ ਨੇ ਕਾਫੀ ਕੁਛ ਸੀ ਤੇਰਾ ਉਹਦੇ ਕੋਲ, ਤੈਂ ਉਹ ਆਪ ਮਾਰ ਕੇ ਟਕਸਾਲ ਦੇ ਨਾਂ ਲਾਤਾ, ਦਿਖਾਵੇ ਵੀਡੀਓ ਫਿਰ ਢੱਡਰੀਆਂ ਵਾਲਾ। ਇਹ ਸਾਰੀਆਂ ਗੱਲਾਂ ਦੇ ਸਬੂਤ ਨਹੀਂ ਹੁੰਦੇ, ਠੀਕ ਹੈ। ਕਈ ਇਹੋ ਜਿਹੇ ਐਕਸ਼ਨ ਹੁੰਦੇ ਨੇ ਜਿਹੜੇ ਮੌਕੇ ਤੇ ਕਰਨੇ ਪੈ ਜਾਂਦੇ ਨੇ। ਔਰ ਕੌਮ ਨੇ ਜਿਹੜਾ ਪੁਰਾਤਨ ਜਿਹੜਾ ਇਤਿਹਾਸ ਸੀ ਉਹਨੂੰ ਦੁਹਰਾਇਆ। ਕੋਈ ਢੱਡਰੀਆਂ ਵਾਲਾ ਕੀ ਚੀਜ਼ ਹੈ? ਜਦੋਂ ਕਿਸੇ ਚੀਜ਼ 'ਚ ਵਿਸ਼ਵਾਸ ਹੀ ਨਹੀਂ ਰੱਖਦਾ, ਉਹ ਕੌਣ ਹੁੰਦਾ ਸਬੂਤ ਮੰਗਣ ਵਾਲਾ ਯਾਰ? ਉਹਨੂੰ ਕਿਉਂ ਸਬੂਤ ਦੇਣ ਵਾਲੇ? ਨਿਹੰਗ ਸਿੰਘ ਜਥੇਬੰਦੀਆਂ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ। ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਟਕਸਾਲ ਨਾਲ ਰੌਲਾ ਹੈ, ਠੀਕ ਹੈ ਜੀ। ਉਹ ਟਕਸਾਲ ਨਾਲ ਰੌਲਾ ਰੱਖੇ, ਸਾਰੀ ਕੌਮ ਨਾਲ ਨਾ ਅੱਡਾ ਲਾਵੇ। ਤੇ ਜੇ ਉਹਦੇ 'ਚ ਇੰਨਾ ਦਮ ਹੈ, ਗੱਲਾਂ ਮਾਰਦਾ, ਦਮਗਜੇ ਮਾਰਦਾ, ਫਿਰ ਦਮਦਮੀ ਟਕਸਾਲ ਨਾਲ ਕਰ ਲਵੇ 2 ਹੱਥ, ਇੰਨੇ ਜੋਗਾ ਵੀ ਹੈ ਨਹੀਂ। ਫਿਰ ਕਹਿੰਦਾ ਜੀ ਅਸੀਂ ਤਾਂ ਬੋਲ ਕੇ ਹੀ ਲੜਾਈ ਲੜਨੀ ਹੈ। ਇਹ ਨਹੀਂ ਗੱਲਾਂ ਹੁੰਦੀਆਂ ਉਹਦੀਆਂ ਕਿਸੇ ਗੱਲ 'ਚ ਉਹਦੀ 'ਚ ਦਮ ਨਹੀਂ, ਤੇ ਨਾ ਉਹਨੂੰ ਸੀਰੀਅਸ ਕੌਮ ਨੂੰ ਲੈਣਾ ਚਾਹੀਦਾ। ਹੁਣ ਤਾਂ ਹਟੇ ਗਏ, ਉਹਨੂੰ ਸੁਣਨ ਤੋਂ ਵੀ ਹਟ ਗਏ ਲੋਕ, ਠੀਕ ਹੈ ਨਾ। ਉਹ ਕੌਣ ਹੁੰਦਾ? ਉਹਨੂੰ ਦਖਲੇ ਨਹੀਂ ਦੇਣਾ ਚਾਹੀਦਾ ਸਿੱਖ ਕੌਮ ਦੇ ਮਸਲਿਆਂ 'ਚ। ਕਹਿੰਦੇ ਨੇ ਕਿ ਅਸੀਂ
ਮਾਡਰਨ ਸਿੱਖ ਹਾਂ ਕਿ ਅਸੀਂ ਜਿਹੜਾ ਸਮੇਂ ਦੇ ਹਿਸਾਬ ਨਾਲ ਬਦਲ ਰਹੇ ਹਾਂ, ਸਮੇਂ ਦੀ ਲੋੜ ਹੈ ਕਹਿੰਦੇ ਸਿੱਖਾਂ ਨੂੰ ਬਦਲਣਾ। ਤੇ ਉਹ ਜਿਵੇਂ ਅਕਾਲ ਤਖਤ ਉੱਤੇ ਵੀ ਸਵਾਲ ਖੜੇ ਕਰਦੇ ਨੇ ਕਿ ਜਥੇਦਾਰ ਜਾਂ ਤਾਂ ਜਗਤਾਰ ਸਿੰਘ ਹਵਾਰੇ ਨੂੰ ਮੰਨ ਲਓ ਜਾਂ SGPC ਵੱਲੋਂ ਜਿਹੜੇ ਥਾਪੇ ਗਏ ਨੇ ਉਹਨਾਂ ਨੂੰ ਮੰਨ ਲਓ। ਉਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ, ਕਿਵੇਂ ਲੱਗਦਾ ਹੈ ਕਿ ਇਹ ਜਿਹੜੀ ਸਿੱਖਾਂ ਦੇ ਵਿੱਚ ਏਕਤਾ ਖਤਮ ਕਰਨ ਲਈ ਕੀਤੀਆਂ ਜਾਂਦੀਆਂ ਨੇ? ਬਿਲਕੁਲ ਜੀ, ਇਹ ਤਾਂ ਸਟੇਟ ਦੇ ਬੰਦੇ ਹੁੰਦੇ ਨੇ, ਇਹਨਾਂ ਨੂੰ ਜੋ RSS ਜੋ ਸਟੇਟ ਲਿਖ ਕੇ ਭੇਜਦੀ ਹੈ ਬੋਲ ਦਿੰਦੇ ਨੇ। ਇਹਨਾਂ ਨੇ ਤਾਂ ਕੌਮ ਦੇ ਨੂੰ ਦੋ ਫਾੜ ਕਰਨਾ ਹੁੰਦਾ, ਕੌਮ ਦੇ ਵਿੱਚ ਹਮੇਸ਼ਾ ਰੌਲਾ ਜਿਹਾ ਪਵਾ ਕੇ ਰੱਖਣਾ ਹੁੰਦਾ, ਉਸੇ ਦੀ ਇਹ ਖੱਟੀ ਖਾਂਦੇ ਨੇ। ਠੀਕ ਹੈ, ਤੇ ਬਾਕੀ ਢੱਡਰੀ ਵਾਲੇ ਨੂੰ ਤਾਂ ਪਤਾ ਹੀ ਹੈ ਨਹੀਂ ਕਾਸੇ ਦੀ। ਸਿੱਖਾਂ ਨੂੰ ਆਪਣੀਆਂ ਜਿਹੜੀਆਂ ਪੁਰਾਤਨ ਗੱਲਾਂ ਨੇ, ਪੁਰਾਤਨ ਸਿੱਖਾਂ ਦਾ ਇਤਿਹਾਸ ਹੈ, ਉਹਦੇ ਵੱਲ ਮੁੜਨਾ ਚਾਹੀਦਾ। ਅਸੀਂ ਮਾਡਰਨ ਤੋਂ ਕੀ ਲੈਣਾ? ਮਾਡਰਨ ਰਹੇ ਢੱਡਰੀਆਂ ਵਾਲਾ। ਆਪਣੇ ਗੁਰੂ ਸਾਹਿਬਾਨ ਤਾਂ ਆਪਾਂ ਨੂੰ ਸਾਦਾ ਜੀਵਨ ਕਹਿ ਕੇ ਗਏ ਨੇ, ਤੇ ਢੱਡਰੀਆਂ ਵਾਲਾ ਤਾਂ ਹੁਣ ਜੀਨਾ ਪਵਾਤੀਆਂ ਜਿਹੜੇ ਨਾਲ ਛਲਾਰੂ ਲਈ ਫਿਰਦਾ ਉਹਨਾਂ ਦੇ। ਕੱਲ ਨੂੰ ਕੁਝ ਹੋਰ ਕਹਿ ਦੂਗਾ ਵੀ ਐ। ਇਸ ਤਰ੍ਹਾਂ ਨਹੀਂ ਹੁੰਦਾ। ਕੌਮ ਦਾ ਜਿਹੜਾ ਇਤਿਹਾਸ ਹੈ, ਕੌਮ ਦਾ ਜਿਹੜਾ ਵਿਰਸਾ ਹੈ, ਕੌਮ ਦਾ ਜਿਹੜਾ ਵਿਰਾਸਤ ਹੈ, ਕੌਮ ਨੂੰ ਉਹੀ ਸਾਂਭ ਕੇ ਰੱਖਣੀ ਪੈਂਦੀ ਹੁੰਦੀ ਹੈ। ਕਦੇ ਮਾਡਰਨ ਉਹਦੇ ਨਾਲ ਕਾਮਯਾਬ ਨਹੀਂ ਹੁੰਦੇ। ਤੁਸੀਂ ਅਫਗਾਨਿਸਤਾਨ 'ਚ ਦੇਖੋ, ਅਫਗਾਨਿਸਤਾਨ ਇਹਦੀ ਇੱਕ ਉਦਾਹਰਨ ਹੈ ਕਿ ਉਹਨਾਂ ਨੇ ਆਪਣਾ ਵਿਰਸਾ ਵਿਰਾਸਤ ਕਿਵੇਂ ਸਾਂਭ ਕੇ ਰੱਖੀ ਤੇ ਅੱਜ ਆਪਣਾ ਦੁਬਾਰਾ ਰਾਜ ਹਾਸਲ ਕਰ ਲਿਆ। ਤੇ ਇਹ ਟੈਲੀਫੋਨ ਤੇ ਹੀ ਕੌਮ ਨੂੰ ਲਿਆਉਣੀ ਚਾਹੁੰਦਾ ਵੀ ਟੈਲੀਫੋਨ 'ਚ ਸਾਰਾ ਕੁਝ ਹੈ। ਇਹਦੀਆਂ ਇਹ ਗੱਲਾਂ ਬਿਲਕੁਲ ਮਨਜ਼ੂਰ ਨਹੀਂ। ਸਾਡਾ ਜਿਹੜਾ ਪੁਰਾਤਨ ਵਿਰਸਾ ਹੈ, ਵਿਰਾਸਤ ਹੈ, ਅਸੀਂ ਬੇਨਤੀ ਕਰਦੇ ਹਾਂ ਸਾਰੇ ਕਿ ਆਪਾਂ ਨੂੰ ਤਾਂ ਉਹਦੇ ਵੱਲ ਮੁੜਨਾ ਚਾਹੀਦਾ, ਨਾ ਕਿ ਮਾਡਰਨ ਉਹਦੇ ਵੱਲ। ਇਹਦੇ ਵਿੱਚ ਗੱਲਬਾਤ ਕਰਨੀ ਚਾਹਾਂਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਅਫਵਾਹਾਂ ਉੱਡੀਆਂ ਹੋਈਆਂ ਨੇ, ਆਮ ਲੋਕਾਂ ਤੋਂ ਵੀ ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਸ਼ਾਇਦ ਨੈਗੋਸ਼ੀਏਸ਼ਨ ਹੋ ਸਕਦੀ ਹੈ, ਸਮਝੌਤਾ ਹੋ ਸਕਦਾ ਹੈ। ਹਾਲਾਂਕਿ ਇਹਨਾਂ ਦੇ ਬਾਰੇ ਕੋਈ ਪੱਕੇ ਸਬੂਤ ਨਹੀਂ, ਪਰ ਭਵਿੱਖ ਬਾਰੇ ਗੱਲਬਾਤ ਕਰ ਲੈਣੀ ਜ਼ਰੂਰੀ ਹੁੰਦੀ ਹੈ ਕਿ ਜੇਕਰ ਭਵਿੱਖ ਦੇ ਵਿੱਚ ਅਜਿਹਾ ਕੋਈ ਸਮਝੌਤਾ ਹੁੰਦਾ ਆ ਤਾਂ ਤੁਸੀਂ ਉਹਦੀ ਹਮਾਇਤ ਕਰੋਗੇ ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਤਿੰਨੇ ਕਾਨੂੰਨਾਂ ਨੂੰ ਸਿਰੇ ਤੋਂ ਖਾਰਜ ਕੀਤਾ ਜਾਵੇ? ਦੇਖੋ, ਇਹ ਹੁਣ ਮੈਂ ਤੁਹਾਨੂੰ ਇਹਦਾ ਜਵਾਬ ਵਧੀਆ ਤਰੀਕੇ ਨਾਲ ਦਿੰਦਾ। ਜਦ 10 ਦਿਨ ਹੋਏ ਸੀ ਸੰਘਰਸ਼ ਚੱਲਦੇ ਨੂੰ, ਜਦ 8-10 ਅਮੈਂਡਮੈਂਟਾਂ ਹੁੰਦੀਆਂ ਸੀ, ਠੀਕ ਹੈ, ਦੀਪ ਸਿੱਧੂ ਨੇ ਇੱਕ ਮਾੜੀ ਜੀ ਗੱਲ ਕਹਿਤੀ ਸੀ ਵੀ ਅਮੈਂਡਮੈਂਟਾਂ ਕਰਾ ਲੈਣੀਆਂ ਚਾਹੀਦੀਆਂ ਨੇ, ਵੀ ਢੋਲ ਵਜਾ ਕੇ ਵਾਪਸ ਚੱਲਦੇ ਆ, ਜਿੱਤ ਦੇ ਢੋਲ। ਤੇ ਉਸ ਵੇਲੇ ਉਹਦੇ ਤੇ ਟੈਗ ਲਾ ਦਿੱਤੇ ਕਿ ਇਹ ਤਾਂ ਮਿਲਿਆ ਹੋਇਆ ਜੀ ਬੰਦਾ ਹੀ ਉਹਨਾਂ ਦਾ। ਹੁਣ ਐਡਾ ਲੰਬਾ ਸੰਘਰਸ਼ ਲੜ ਕੇ, ਇੰਨੀਆਂ ਕੁਰਬਾਨੀਆਂ ਕਰਕੇ, ਇੰਨਾ ਪੈਸਾ ਖਰਚ ਕਰਕੇ ਹੁਣ ਜੇ ਅਮੈਂਡਮੈਂਟਾਂ ਤੇ ਉੱਠਾਂਗੇ ਤਾਂ ਉਹ ਬਹੁਤ ਗਲਤ ਹੈ। ਹੁਣ ਤਾਂ ਕਾਨੂੰਨ ਰੱਦ ਕਰਵਾ ਕੇ ਉੱਠਣਾ ਚਾਹੀਦਾ, ਬਿਲਕੁਲ ਰੱਦ ਤੋਂ ਬਿਨਾਂ ਕਿਸੇ ਨੇ ਮਨਜ਼ੂਰ ਨਹੀਂ ਕਰਨੇ। ਅਮੈਂਡਮੈਂਟਾਂ 'ਚ ਕੀ ਹੈ, ਕੱਲ ਨੂੰ ਚੱਕ ਕੇ ਫੇਰ ਉਹੀ ਕਾਨੂੰਨ ਲਾਗੂ ਕਰ ਦੇਣਗੇ, ਫੇਰ ਐਡਾ ਬੜਾ ਸੰਘਰਸ਼ ਲੜਦੇ ਫਿਰਾਂਗੇ ਆਪਾਂ। ਇਹ ਸੰਘਰਸ਼ ਦੁਬਾਰਾ ਨਹੀਂ ਲੜੇ ਜਾਂਦੇ ਹੁੰਦੇ। ਹੁਣ ਇਹਦੀ ਆਰ ਪਾਰ ਦੀ ਲੜਾਈ ਦਿੱਲੀ ਨਾਲ ਲੜਨ ਕਿ ਇਹਨਾਂ ਨੂੰ ਰੱਦ ਕਰੋ ਹਰ ਹਾਲਤ 'ਚ, ਸਾਨੂੰ ਉਦੋਂ ਬਿਨਾਂ ਮਨਜ਼ੂਰ ਹੀ ਨਹੀਂ। ਤਾਨਾਸ਼ਾਹੀ ਹੁਕੂਮਤ ਕਹਿ ਰਹੇ ਨੇ ਲੋਕ ਮੋਦੀ ਸਰਕਾਰ ਨੂੰ ਕਿ ਤਾਨਾਸ਼ਾਹੀ ਹੁਕੂਮਤ ਹੈ, ਤੇ ਤਾਨਾਸ਼ਾਹੀ ਹੁਕੂਮਤਾਂ ਕਦੇ ਲੋਕਾਂ ਦੇ ਸਾਹਮਣੇ ਝੁਕਦੀਆਂ ਨਹੀਂ ਦੇਖੀਆਂ, ਉਹ ਤਾਂ ਡੰਡੇ ਦੇ ਜ਼ੋਰ ਤੇ ਰਾਜ ਚਲਾਉਂਦੀਆਂ ਦਿਖਦੀਆਂ ਨੇ। ਕੀ ਲੱਗਦਾ ਫਿਰ ਸਰਕਾਰ ਝੁਕੂਗੀ, ਤਿੰਨੇ ਕਾਨੂੰਨ ਰੱਦ ਹੋਣਗੇ, ਜਾਂ ਫਿਰ ਇੱਥੇ ਕਿੰਨਾ ਕੁ ਚਿਰ, ਆਖਰ ਕਿੰਨਾ ਕੁ ਚਿਰ ਬੈਠੇ ਰਹਿਣਗੇ? 11 ਮਹੀਨੇ ਹੋ ਗਏ ਇਹ ਗੱਲ ਕੀਤੀ ਜਾਂਦੇ ਕਿ 2024 ਤੱਕ ਬੈਠੇ ਰਹਾਂਗੇ, BJP ਜੇ ਚਲੀ ਜਾਊਗੀ, ਨਵੀਂ ਪਾਰਟੀ ਆ ਜਾਊ, ਕੀ ਗਰੰਟੀ ਹੈ ਵੀ ਉਹ ਕਾਨੂੰਨ ਰੱਦ ਕਰ ਦੂਗੀ? ਪਰ ਹੱਲ ਕੀ ਹੈ, ਸਾਰਥਕ ਹੱਲ ਕੀ ਹੈ ਕਿ ਜਿਹੜਾ ਪੱਕੇ ਤੌਰ ਤੇ ਹੱਲ ਹੋ ਜਾਵੇ? ਦੇਖੋ, ਜਿਹੜੀ ਸਰਕਾਰ ਹੈ ਨਰਿੰਦਰ ਮੋਦੀ ਦੀ, ਇਹ ਦੁਨੀਆ ਦੀ ਸਭ ਤੋਂ ਨਿਕੰਮੀ, ਨਿਰਦਈ ਔਰ ਜ਼ਾਲਮ ਸਰਕਾਰ ਹੈ, ਜਿਹਨੂੰ 1 ਸਾਲ ਦੇ ਬੈਠੇ ਕਿਸਾਨ ਨਹੀਂ ਦਿਖ ਰਹੇ, ਬੱਚੇ, ਬਜ਼ੁਰਗ, ਬੀਬੀਆਂ, ਭੈਣਾਂ ਸਾਡੀਆਂ ਉਰੇ ਸੜਕਾਂ ਤੇ ਬੈਠੀਆਂ ਨੇ। ਇਦੋਂ ਵੱਧ ਜ਼ਾਲਮ ਸਰਕਾਰ ਤਾਂ ਕਦੇ ਦੇਖੀਓ ਨਹੀਂ। ਜੇ ਨਹੀਂ ਲੜਦਾ ਪੰਜਾਬ ਵੀ ਪਿੱਛੇ ਹਟਣ ਵਾਲਾ ਨਹੀਂ। ਇਹ ਨਰਿੰਦਰ ਮੋਦੀ ਨੂੰ ਪਤਾ ਨਹੀਂ, ਅੱਗੇ ਤਾਂ ਉਹਨੇ ਭੁੱਖ ਭੱਖ ਹੜਤਾਲਾਂ ਦੇਖੀਆਂ ਨੇ ਉਰੇ, ਜਾਂ ਕੱਪੜੇ ਖੋਲ ਕੇ ਲੋਕ ਤੁਰੇ ਫਿਰਦੇ। ਇਹ ਪੰਜਾਬ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਨੇ, ਇਹ ਵੀ ਅਰਦਾਸਾਂ ਕਰਕੇ ਆਏ ਹੋਏ ਨੇ। ਕੋਈ ਗੱਲ ਨਹੀਂ, ਫਿਰ ਭੱਜਦਿਆਂ ਨੂੰ ਬਾਹਣ ਇੱਕੋ ਜਿਹੀ ਨੇ। ਇੱਕ ਗੱਲ ਵੀ ਹੋਰ ਹੋ ਜਾਂਦੀ ਹੈ, ਜਦੋਂ ਅੰਦੋਲਨ ਦੇ ਵਿੱਚ 2-3 ਵਿਚਾਰਧਾਰਾਂ ਨੇ, ਉਹ ਜਦੋਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ, ਹਾਲਾਂਕਿ ਵਿਚਾਰਧਾਰਾਵਾਂ ਦੇ ਟਕਰਾਵ ਆਪਸ ਦੇ ਵਿੱਚ ਹੁੰਦੇ ਰਹਿੰਦੇ ਨੇ, ਫਿਰ ਇਹ ਗੱਲ ਆਖੀ ਜਾਂਦੀ ਹੈ ਕਿ ਮੋਰਚਾ ਬਚਾ ਕੇ ਰੱਖਣਾ, ਜਿਹੜਾ ਇਕਜੁੱਟਤਾ ਉਹ ਬਣਾ ਕੇ ਰੱਖੋ, ਆਪਸ ਦੇ ਵਿੱਚ ਪਾੜ ਨਾ ਪਾਓ। ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਜੋ ਇੱਥੇ ਵਾਪਰਿਆ, ਉਸ ਤੋਂ ਬਾਅਦ ਰਜਿੰਦਰਦੀਪ ਸਿੰਘ ਵਾਲਾ ਦਾ ਬਿਆਨ ਆਉਂਦਾ। ਹਾਲਾਂਕਿ ਹੁਣ ਜੇਕਰ ਗੱਲ ਕੀਤੀ ਜਾਊਗੀ ਤਾਂ ਬੜੇ ਟੈਗ ਦੇ ਦਿੱਤੇ ਜਾਂਦੇ ਨੇ, ਪਰ ਗੱਲ ਇਹ ਹੈ ਕਿ ਦੋਨੇ ਧਿਰਾਂ ਨੂੰ ਇਹ ਗੱਲ ਵਿਚਾਰ ਲੈਣੀ ਚਾਹੀਦੀ ਹੈ। ਉਹਨਾਂ ਦਾ ਬਿਆਨ ਆਉਂਦਾ ਕਿ ਪਹਿਲਾਂ ਜਿਹੜੇ ਨਿਹੰਗ ਸੀ ਉਹ ਇੰਦਰਾ ਗਾਂਧੀ ਦੇ ਨਿਹੰਗ ਸੀ, ਹੁਣ ਉਹ ਮੋਦੀ ਦੇ ਬਣ ਗਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਿਹੰਗ ਨਹੀਂ। ਕੀ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਨਹੀਂ ਚਾਹੀਦਾ ਕਿ ਇਹਨਾਂ ਦੇ ਕਿੰਨੇ ਦੂਰ ਪ੍ਰਭਾਵੀ ਸਿੱਟੇ ਨਿਕਲਣਗੇ? ਬਿਲਕੁਲ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਨੇ, ਨਾਲੇ ਉਹ ਰਜਿੰਦਰ ਕੌਣ ਹੁੰਦਾ ਇਹ ਕਹਿਣ ਵਾਲਾ, ਉਹਨੂੰ ਕੀ ਅਧਿਕਾਰ ਹੈ? ਠੀਕ ਹੈ, ਫਿਰ ਹੁਣ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਹਾ ਵੀ ਆ ਇੱਧਰ ਨੂੰ ਕਰ ਮੂੰਹ, ਜਾਂ ਤਾਂ ਫਿਰ ਬੰਦਾ ਹੋਵੇ ਕਿਸੇ ਗੱਲ ਕਰਨ ਵਾਲਾ। ਇਹ ਜਦ ਸੰਘਰਸ਼ ਚੱਲਦੇ ਨੇ, ਇਹ ਜਿਹੜੇ ਟਕਰਾਓ ਨੇ ਨਾ, ਇਹ ਥੋੜੇ ਬਹੁਤੇ ਤਾਂ ਹੁੰਦੇ ਹੀ ਹੁੰਦੇ ਨੇ।
ਕਿਉਂਕਿ ਅਨੇਕਾਂ ਜਥੇਬੰਦੀਆਂ ਨੇ, 31 32 ਜਥੇਬੰਦੀਆਂ ਰਲੀਆਂ ਹੋਈਆਂ ਨੇ, ਹੋਰ ਵੱਖ-ਵੱਖ ਬੰਦੇ ਨੇ ਵਿੱਚ, ਉਹ ਮਾੜੇ ਮੋਟੇ ਮਨਮੁਟਾਓ ਤਾਂ ਹੋ ਜਾਂਦੇ ਹੁੰਦੇ ਨੇ, ਪਰ ਸੰਘਰਸ਼ ਲਈ ਤਾਂ ਸਾਰੇ ਸਮਰਪਿਤ ਨੇ। ਤੇ ਜਿਹੜੇ ਜ਼ਿੰਮੇਵਾਰ ਬੰਦੇ ਹੁੰਦੇ ਨੇ ਇਹਨਾਂ ਨੂੰ ਬੜੇ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਨੇ। ਟਕਰਾਓ ਦੀ ਸਥਿਤੀ ਕਦੇ ਸੰਘਰਸ਼ਾਂ 'ਚ ਲੈ ਕੇ ਨਹੀਂ ਹੋਣੀ ਚਾਹੀਦੀ। ਤੁਸੀਂ ਦੇਖੋ ਧਰਮ ਯੁੱਧ ਮੋਰਚਾ ਲੜਿਆ ਹਨਾ, ਸੰਤਾਂ ਦੇ ਵੀ ਟਕਰਾਓ ਸੀਗੇ, ਸੰਤ ਜਰਨੈਲ ਸਿੰਘ ਉਹਨਾਂ ਦੇ, ਤੇ ਪਰ ਉਹ ਹਰਚੰਦ ਸਿੰਘ ਲੌਂਗੋਵਾਲ ਨਾਲ, ਟੌੜਾ ਸਾਹਿਬ ਨਾਲ, ਬਾਦਲ ਸਾਹਿਬ ਨਾਲ ਮੀਟਿੰਗਾਂ ਵੀ ਕਰਦੇ ਹੁੰਦੇ ਸੀ, ਇਕੱਠੇ ਬੈਠ ਕੇ ਪ੍ਰਸ਼ਾਦਾ ਵੀ ਛਕਦੇ ਹੁੰਦੇ ਸੀ। ਇਹ ਵਿਚਾਰਧਾਰਾਵਾਂ ਦੇ ਜਿਹੜੇ ਟਕਰਾਓ ਨੇ ਉਹ ਤਾਂ ਹੁੰਦੇ ਹੀ ਹੁੰਦੇ ਨੇ। ਜਦ ਆਪਾਂ ਇੱਕ ਸੰਘਰਸ਼ ਕਾਫੀ ਜਣਿਆਂ ਨੇ ਇਕੱਠੇ ਹੋ ਕੇ ਲੜਨਾ, ਕਾਫੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਲੜਨਾ, ਇਹ ਤਾਂ ਸੁਭਾਵਕ ਹੈ, ਹੋਏ ਜਾਂਦੇ ਨੇ, ਕੋਈ ਐਡੀ ਗੱਲ ਨਹੀਂ। ਪਰ ਮੋਰਚੇ ਨੂੰ ਸਾਰੇ ਸਮਰਪਿਤ ਨੇ ਤੇ ਮੋਰਚਾ ਜਿੱਤੇ ਬਿਨਾ ਹੀ ਜਿੱਤਣਾ ਹੀ ਪੈਣਾ, ਆਪਾਂ ਨੂੰ ਹਰ ਹਾਲਤ 'ਚ ਜਿੱਤਣਾ ਪੈਣਾ ਪੰਜਾਬ ਨੂੰ, ਤਾਂ ਹੀ ਪੰਜਾਬ ਦੀ ਔਰ ਕਿਸਾਨੀ ਦੀ ਚੜ੍ਹਦੀ ਕਲਾ ਹੋਊਗੀ। ਨਹੀਂ ਤਾਂ ਇਹ ਸਾਰਾ ਕੁਝ ਅਵਾਨੀਆਂ ਅਡਾਨੀਆਂ ਨੂੰ ਇਹਨਾਂ ਨੇ ਦੇ ਦੇਣਾ। ਇਹ ਤੁਹਾਡੇ ਮਾਧਿਅਮ ਜਰੇ ਮੈਂ ਪੰਜਾਬ 'ਚ ਬੈਠੇ, ਹਰਿਆਣੇ 'ਚ ਬੈਠੇ ਸਾਰੇ ਕਿਸਾਨਾਂ ਨੂੰ, ਨੌਜਵਾਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇਹ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਨਹੀਂ, ਜਾਂ ਇਹ 32 ਜਥੇਬੰਦੀ ਨੇ, ਸਾਰੇ ਪੰਜਾਬ ਔਰ ਹਰਿਆਣੇ ਦਾ। ਨਹੀਂ ਤਾਂ ਫਿਰ ਉਹਨਾਂ ਜ਼ਮੀਨਾਂ 'ਚ ਆਪਾਂ 300 ਰੁਪਇਆ ਦਿਹਾੜੀ ਕਰਿਆ ਕਰਾਂਗੇ, ਉਹਦੇ ਨਾਲ 6 ਮਹੀਨੇ ਹੋਰ ਲੱਗਣ, 4 ਲੱਗਣ, ਸਾਲ ਲੱਗਣ, ਇੱਥੋਂ ਜਾਣਾ ਨਹੀਂ ਚਾਹੀਦਾ ਜਿੰਨਾ ਚਿਰ ਇਹਨਾਂ ਦੀ ਗੋਡਣੀ ਨਹੀਂ ਬੀਜੇਪੀ ਦੀ ਯਾਰ RSS ਦੀ ਲਵਾ ਦਿੰਦੇ। ਆਪਾਂ ਨੂੰ ਡਟੇ ਹੀ ਰਹਿਣਾ ਚਾਹੀਦਾ। ਸ਼ਾਂਤੀਪੂਰਵਕ ਸੰਘਰਸ਼ ਹੈ, ਬਾਕੀ ਕੌਮ ਕੋਲ ਘਾਟ ਕੋਈ ਨਹੀਂ, ਨਾ ਆਉਣ ਦਿੰਦੀ ਹੁੰਦੀ ਹੈ। ਆਪਾਂ ਪਹਿਲਾਂ ਬੜੇ ਮੋਰਚੇ ਲੜੇ ਨੇ, ਕਦੇ ਪੰਜਾਬ ਅੱਜ ਤੱਕ ਮੋਰਚਾ ਹਾਰਿਆ ਨਹੀਂ ਕੋਈ। ਬਹੁਤ ਬਹੁਤ ਧੰਨਵਾਦ ਤਲਵੜਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਗੱਲਬਾਤ ਕੀਤੀ ਹੈ ਪਲਵਿੰਦਰ ਸਿੰਘ ਤਲਵੜਾ ਜੀ ਦੇ ਨਾਲ। ਉਹਨਾਂ ਆਖਿਆ ਕਿ ਜਿਹੜੀ ਕਿਸਾਨੀ ਮੋਰਚੇ ਦੀ ਢਾਲ ਆ ਉਹ ਵੀ ਚਾਹੁੰਦੇ ਨੇ ਕਿ ਬਣੀ ਰਹੇ, ਨਿਹੰਗ ਸਿੰਘ ਜਥੇਬੰਦੀਆਂ ਇੱਥੇ ਬਣੇ ਰਹਿਣ, ਅਤੇ ਜਿਹੜੀ ਸੰਗਤ ਦੀ ਨਬਜ਼ ਆ, ਸੰਗਤ ਕੀ ਚਾਹੁੰਦੀ ਹੈ ਕਿ ਸੰਗਤ ਵੀ ਇਹੀ ਚਾਹੁੰਦੀ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਇੱਥੋਂ ਨਾ ਜਾਣ। ਕਿਉਂਕਿ ਇੱਕ ਉਦਾਹਰਨ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਜਦੋਂ ਸਟੇਜਾਂ ਦੇ ਉੱਤੇ ਹਮਲੇ ਹੋਏ ਸੀ ਤਾਂ ਸਭ ਤੋਂ ਮੂਹਰੇ ਹੋ ਕੇ ਜਿਨ੍ਹਾਂ ਨੇ ਢਾਲ ਦਾ ਕੰਮ ਕੀਤਾ, 26 ਜਨਵਰੀ ਨੂੰ ਵੀ ਜਿਹੜੇ ਨੌਜਵਾਨ ਲਾਲ ਕਿਲੇ ਦੇ ਅੰਦਰ ਫਸ ਗਏ, ਉਹਨਾਂ ਨੌਜਵਾਨਾਂ ਨੂੰ ਕੱਢਣ ਦਾ ਕੰਮ, ਉਹਨਾਂ ਨੂੰ ਉੱਥੇ ਚੱਲਦੀ ਗੋਲੀ ਦੇ ਵਿੱਚੋਂ ਬਚਾਉਣ ਦਾ ਕੰਮ ਨਿਹੰਗ ਸਿੰਘਾਂ ਨੇ ਕੀਤਾ। ਤਾਂ ਇੱਕ ਫੋਟੋਆਂ ਵਾਇਰਲ ਹੋਣ ਦੇ ਨਾਤੇ ਜਾਂ ਇੱਕ ਫੋਟੋ ਵਾਇਰਲ ਹੋਣ ਤੋਂ ਬਾਅਦ ਨਿਹੰਗ ਸਿੰਘਾਂ ਦੇ ਉੱਤੇ ਏਡੇ ਵੱਡੇ ਇਲਜ਼ਾਮ ਲਗਾ ਦੇਣੇ, ਇਹ ਵੀ ਸਹੀ ਨਹੀਂ। ਕਿਉਂਕਿ ਫੋਟੋਆਂ ਦਾ ਦੌਰ ਤਾਂ ਹੁਣ ਚੱਲ ਪਿਆ, ਉਰੂਸਾ ਆਲਮ ਦੀਆਂ ਚੱਲ ਰਹੀਆਂ ਨੇ, ਉਹ ਤੋਂ ਪਹਿਲਾਂ ਕਈ ਕਿਸਾਨ ਆਗੂਆਂ ਦੀ ਵੀ ਵਾਇਰਲ ਹੁੰਦੀਆਂ ਰਹੀਆਂ ਨੇ। ਫੋਟੋਆਂ ਦੇ ਨਾਲ ਕੁਝ ਸਾਬਤ ਨਹੀਂ ਹੁੰਦਾ। ਜੇਕਰ ਫੋਟੋਆਂ ਦੇ ਨਾਲ ਸਾਬਤ ਹੁੰਦਾ ਹੋਵੇ ਤਾਂ ਦੁਨੀਆ ਦਾ ਹਰ ਦੂਜਾ ਬੰਦਾ ਜਾਂ ਤਾਂ ਉਹਨੂੰ ਗਦਾਰ ਆਖਿਆ ਜਾਊਗਾ ਜਾਂ ਤਾਂ ਉਹਨੂੰ ਵਿਕਿਆ ਵਿਆ ਆਖਿਆ ਜਾਊਗਾ। ਹਾਲਾਂਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ, ਪਰ ਜਾਂਚ ਇਸ ਗੱਲ ਦੀ ਵੀ ਹੋਣੀ ਚਾਹੀਦੀ ਹੈ ਕਿ ਉਹ ਜਿਹੜਾ ਬੇਅਦਬੀ ਕਰਨ ਵਾਲਾ ਸ਼ਖਸ ਸੀ ਇੱਥੇ ਪਹੁੰਚਿਆ ਕਿਵੇਂ, ਉਹਨੂੰ ਪੈਸੇ ਕਿਹਨੇ ਦਿੱਤੇ। ਜੇਕਰ ਉਹ 20 ਬੰਦਿਆਂ ਦੀ ਗੱਲ ਕਰਦਾ ਹੈ ਕਿ ਇੱਕ ਮੈਂ ਫੜਿਆ ਗਿਆ, 19 ਹੋਰ ਨੇ, ਆਖਰ ਉਹ ਕੌਣ ਨੇ? ਸੰਧੂ ਦਾ ਨਾਮ ਲੱਤਾ ਗਿਆ, ਉਹ ਕੌਣ ਆ? ਕੰਧ ਤੇ ਨੰਬਰ ਲਿਖਿਆ ਵਾ ਮਿਲਿਆ, ਉਹ ਕੌਣ ਨੇ? ਅਜਿਹੀਆਂ ਗੱਲਾਂ ਦੀ ਇੱਕ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਫੋਟੋ ਦੀ ਵੀ ਹੋਣੀ ਚਾਹੀਦੀ ਹੈ, ਪਰ ਉਸ ਤੋਂ ਪਹਿਲਾਂ ਇਹਨਾਂ ਚੀਜ਼ਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਬਣੇ ਰਹੋ KTV ਚੈਨਲ ਦੇ ਨਾਲ। ਹੁਣੇ ਸੰਗਤ ਦੇ ਹੱਥ ਹੈ, ਸੰਗਤ ਨੇ ਫੈਸਲਾ ਲੈਣਾ ਆ ਕਿ ਨਿਹੰਗ ਸਿੰਘ ਜਥੇਬੰਦੀਆਂ ਦਿੱਲੀ ਦੇ ਬਾਰਡਰਾਂ ਤੇ ਬਣੀਆਂ ਰਹਿਣ ਜਾਂ ਉਹਨਾਂ ਨੂੰ ਪੰਜਾਬ ਵਾਪਸ ਆ ਜਾਣਾ ਚਾਹੀਦਾ। ਤੁਸੀਂ ਆਪਣੀ ਰਾਏ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਹੜਾ ਪੋਸਟਰ ਜਾਰੀ ਕੀਤਾ, ਜਿਹੜੇ ਨੰਬਰ ਜਾਰੀ ਕੀਤੇ ਨੇ, ਉਹਨਾਂ ਉੱਤੇ ਵੀ ਦਰਜ ਕਰਾ ਸਕਦੇ ਹੋ, ਸਿੰਘੂ ਬਾਰਡਰ ਤੇ ਪਹੁੰਚ ਕੇ ਵੀ ਦਰਜ ਕਰਾ ਸਕਦੇ ਹੋ। ਮੈਨੂੰ ਮੇਰੇ ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।